ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਸਨਮੁਖ ਇੱਕ ਬਹੁਤ ਹੀ ਵਿਲੱਖਣ ਕਿਸਮ ਦਾ ਕੇਸ ਲੈ ਕੇ ਸਾਹਮਣੇ ਆਏ ਹਾਂ। ਇਹ ਕੇਸ ਨੂੰ ਮੈਂ ਵਿਲੱਖਣ ਨਹੀਂ ਕਹਿ ਸਕਦਾ, ਪਰ PTN 24 ਚੈਨਲ ਦੇ ਉੱਤੇ ਇਸ ਤਰ੍ਹਾਂ ਦੇ ਮਾਮਲੇ ਦੀ ਅਸੀਂ ਪਹਿਲੀ ਵਾਰੀ ਜਿਹੜਾ ਉਹ ਕੋਈ ਜ਼ਿਕਰ ਕਰਨ ਜਾ ਰਹੇ ਹਾਂ। ਇਸ ਵਕਤ ਮੇਰੇ ਨਾਲ ਭੈਣ ਜੀ ਸਰਬਜੀਤ ਕੌਰ ਬੈਠੇ ਨੇ ਔਰ ਇਹਨਾਂ ਦੇ ਸਰਦਾਰ ਜਿਹੜੇ ਕਿ ਮਾਰਚ ਮਹੀਨੇ 2021 ਦੇ ਵਿੱਚ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ। ਸਰਦਾਰ ਸਤਨਾਮ ਸਿੰਘ ਦੀ, ਜਿਨ੍ਹਾਂ ਦੀ ਮਾਰਚ ਮਹੀਨੇ ਦੇ ਵਿੱਚ ਬਾਈਪਾਸ ਸਰਜਰੀ ਦੇ ਦੌਰਾਨ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਮੌਤ ਹੋ ਗਈ ਆ। ਇਸ ਪਰਿਵਾਰ ਦੀ ਟ੍ਰੈਜਡੀ ਇਹ ਰਹੀ ਕਿ ਸਤਨਾਮ ਸਿੰਘ ਨੂੰ ਉਸ ਦੀ ਭੂਆ ਨੇ ਬਚਪਨ ਦੇ ਵਿੱਚ ਅਡੋਪਟ ਕਰ ਲਿਆ ਸੀ ਅਤੇ ਉਹਦੀ ਅਡੋਪਸ਼ਨ ਤੋਂ ਬਾਅਦ 2 ਬੇਟੇ ਭੂਆ ਦੇ ਘਰ ਹੋਰ ਪੈਦਾ ਹੋਏ ਅਤੇ ਉਸ ਤੋਂ ਬਾਅਦ ਉਸੇ ਘਰ ਦੇ ਵਿੱਚ ਹੀ ਉਹਨਾਂ ਦੇ ਪੁੱਤਰ ਵਜੋਂ ਉਹ ਵਿਚਰਦਾ ਰਿਹਾ ਕਿ ਇਹ ਸਾਡਾ ਮਤਮੰਨਾ ਪੁੱਤ ਆ। ਪਰ ਇਹ ਅਡੋਪਸ਼ਨ ਜਿਹੜੀ ਸੀ ਮੂੰਹ ਜ਼ਬਾਨੀ ਸੀ, ਕਿਤੇ ਵੀ ਕਾਗਜ਼ਾਂ ਪੱਤਰਾਂ ਦੇ ਵਿੱਚ ਕੋਈ ਕਾਰਵਾਈ ਦੇ ਵਿੱਚ ਨਹੀਂ ਸੀ ਲਿਆ ਗਿਆ ਉਹਨਾਂ ਨੂੰ। ਇਸ ਕਰਕੇ ਜਦੋਂ ਜਵਾਨ ਹੋਏ, ਵਿਆਹੇ ਗਏ ਅਤੇ ਫੁੱਫੜ ਦੀ ਡੈਥ ਹੋਣ ਤੋਂ ਬਾਅਦ ਮੁੜ ਕੇ ਮਸਲਾ ਬਣ ਗਿਆ ਜਾਇਦਾਦ ਦਾ ਕਿ ਜਾਇਦਾਦ ਜਿਹੜੀ ਆ ਉਹ ਕਿਸ ਤਰ੍ਹਾਂ ਵੰਡੀ ਜਾਏ। 2 ਪੁੱਤਰ ਉਹਨਾਂ ਦੇ ਆਪਣੇ ਸੀਗੇ, ਤੀਸਰਾ ਇਹ ਅਡੋਪਟ ਕੀਤਾ ਸੀਗਾ ਅਤੇ ਕਾਨੂੰਨ ਮੁਤਾਬਕ ਇਹ ਸੀਗਾ ਕਿਉਂਕਿ ਇਹ ਕਾਗਜ਼ਾਂ ਤੌਰ 'ਤੇ ਲਿਖਤੀ ਰੂਪ ਦੇ ਵਿੱਚ ਅਡੋਪਸ਼ਨ ਨਹੀਂ ਸੀ ਇਹਨਾਂ ਦੀ ਹੋਈ, ਇਹਨਾਂ ਨੂੰ ਗੋਦ ਨਹੀਂ ਸੀ ਲਿਆ ਗਿਆ ਲਿਖਤੀ ਰੂਪ ਦੇ ਵਿੱਚ, ਬਸ ਮੂੰਹ ਜ਼ਬਾਨੀ ਸੀ ਵੀ ਚਲੋ ਕੋਈ ਨਹੀਂ, ਅਸੀਂ ਇਹ ਸਾਡਾ ਪੁੱਤਰ ਅੱਜ ਤੋਂ। ਵਿਰਾਸਤ ਜਿਹੜੀ ਸੀ, ਜਿਹੜਾ ਬਲੱਡ ਰਿਲੇਸ਼ਨ ਦੇ ਵਿੱਚ ਜਿਹੜੇ ਧੀਆਂ ਪੁੱਤਰ ਸੀ ਉਹਨਾਂ ਨਾਲ ਚੜ੍ਹ ਗਈ ਅਤੇ ਇਸ ਵੀਰ ਸਤਨਾਮ ਸਿੰਘ ਨੇ, ਜਿਹਨੇ ਉਸ ਘਰ ਦੇ ਵਿੱਚ ਬਚਪਨ ਗੁਜ਼ਾਰਿਆ, ਜਵਾਨ ਹੋਇਆ, ਬੜੀ ਕਮਾਈ ਕੀਤੀ, ਦੂਜੇ ਭੈਣ ਭਰਾਵਾਂ ਨੂੰ ਵਿਆਹੁਣ ਦੇ ਵਿੱਚ ਆਪਣੀ ਇੱਕ ਵੱਖਰੀ ਭੂਮਿਕਾ ਨਿਭਾਈ, ਪਰ ਜਦੋਂ ਉਹਦੀ ਮੌਤ ਹੋ ਗਈ ਅਤੇ ਅੱਜ ਉਹਨਾਂ ਦੀ ਸਿੰਘਣੀ ਬੀਬੀ ਸਰਬਜੀਤ ਕੌਰ ਸਾਡੇ ਨਾਲ ਆ ਔਰ 2 ਬੇਟੀਆਂ ਅਤੇ 1 ਬੇਟਾ ਉਹਨਾਂ ਦੇ ਕੋਲ। ਬਹੁਤ ਵੱਡੀ ਮੁਸੀਬਤ ਹੈ ਇਸ ਵਕਤ ਉਹਨਾਂ ਦੇ ਸਾਹਮਣੇ ਆ। ਕੀ ਕੁਝ ਇਸ ਪਰਿਵਾਰ ਦੇ ਨਾਲ ਹੋਇਆ, ਆਓ ਭੈਣ ਜੀ ਸਰਬਜੀਤ ਕੌਰ ਦੇ ਨਾਲ ਗੱਲ ਕਰਦੇ ਹਾਂ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ, ਕੀ ਗੱਲ ਹੋਈ ਸੀਗੀ? ਭੂਆ ਨੇ ਅਡੋਪਟ ਕਰ ਲਿਆ ਸੀਗਾ ਸਤਨਾਮ ਸਿੰਘ ਨੂੰ, ਇਸ ਗੱਲ ਦਾ ਤੁਹਾਨੂੰ ਵਿਆਹ ਵੇਲੇ ਪਤਾ ਸੀ? ਨਹੀਂ, ਉਦੋਂ ਨਹੀਂ ਪਤਾ, ਬਾਅਦ 'ਚ ਪਤਾ ਲੱਗਿਆ। ਅੱਛਾ, ਪਹਿਲਾਂ ਪਤਾ ਨਹੀਂ ਸੀਗਾ? ਪਤਾ ਨਹੀਂ। ਅੱਛਾ, ਵਿਆਹ ਤੋਂ ਕਿੰਨੇ ਚਿਰ ਬਾਅਦ ਪਤਾ ਲੱਗਾ ਤੁਹਾਨੂੰ? ਕਾਫੀ 2.5 ਸਾਲਾਂ ਬਾਅਦ ਪਤਾ ਲੱਗਾ। 2.5 ਸਾਲ ਬਾਅਦ ਪਤਾ ਲੱਗਾ? ਹਾਂਜੀ, ਉਹ ਵੀ ਜਦੋਂ ਉਹਨਾਂ ਨੇ ਫੁੱਫੜ ਦੀ ਡੈਥ ਹੋਈ ਨਾ, ਉਦੋਂ ਉਹ ਤੋਂ ਬਾਅਦ ਪਤਾ ਲੱਗਾ ਸਾਨੂੰ। ਅੱਛਾ, ਹਾਂਜੀ, ਉਦੋਂ ਜਦੋਂ ਉਹਨਾਂ ਦੇ ਕਚਹਿਰੀ ਵਿੱਚ ਗਏ ਅਤੇ ਇਹਨਾਂ ਦੇ ਸਾਰਿਆਂ ਦੇ ਨਾਂ 'ਤੇ ਵੀ ਜ਼ਮੀਨ ਜਾਇਦਾਦ ਚੜ੍ਹ ਗਈ, ਇਹਨਾਂ ਦੇ ਨਾਂ 'ਤੇ ਨਹੀਂ ਚੜ੍ਹੀ। ਫਿਰ ਉਦੋਂ ਪਤਾ ਲੱਗਾ ਸਾਨੂੰ। ਉਦੋਂ ਮੇਰੀ ਵੱਡੀ ਬੇਟੀ ਸੀ 1.5 ਸਾਲ ਦੀ। ਅੱਛਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਅਸੀਂ ਕਾਫੀ ਚਿਰ ਉਸ ਤੋਂ ਬਾਅਦ ਰਹੇ ਵੀ ਉੱਥੇ, ਪਰ ਕਹਿੰਦੇ ਕਿ ਦੇਵਾਂਗੇ। ਫਿਰ ਛੋਟੀ ਜਿਹੜੀ ਨਨਾਣ ਉਹਦਾ ਵੀ ਵਿਆਹ ਕੀਤਾ ਅਤੇ 2 ਦੇਰ ਹੀ ਉਹਨਾਂ ਦੇ ਵਿਆਹ ਕੀਤੇ। ਪੈਸਾ ਪੂਆ ਫੁੱਫੜ ਦੇ ਇੱਕ ਬੇਟੀ ਦਾ ਵਿਆਹ ਕਰਕੇ ਡੈਥ ਹੋ ਗਈ ਸੀ ਉਹਨਾਂ ਦੀ। ਅੱਛਾ, ਅਤੇ ਇਹਨਾਂ ਨੇ ਵੀ ਛੋਟੇ ਹੀ ਉਦੋਂ, ਫਿਰ ਇਹਨਾਂ ਨੇ ਪੜ੍ਹਾਇਆ ਵੀ ਇਹਨਾਂ ਨੇ ਹੀ ਸਾਰਾ ਕੁਛ ਕੀਤਾ, ਵਿਆਹ ਵੀ ਇਹਨਾਂ ਨੇ ਕੀਤੇ। ਵੱਡੇ ਭਰਾ ਦਾ ਮਤਲਬ ਪੂਰਾ ਫਰਜ਼ ਨਿਭਾਇਆ ਉਹਨਾਂ ਨੇ। ਕਮਾਈ ਵੀ ਕਰਦੇ ਰਹੇ, ਉਸੇ ਘਰ ਦੀ ਜ਼ਮੀਨ ਜਾਇਦਾਦ ਦੇ ਵਿੱਚ ਉਹਨਾਂ ਨੂੰ ਹੀ ਦਿੰਦੇ ਰਹੇ। ਹਾਂਜੀ। ਅੱਛਾ, ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਆਪਣੇ ਬੇਟਿਆਂ ਦੇ ਵਿਆਹ ਹੋ ਗਏ, ਫਿਰ ਬੱਚੇ ਹੋ ਗਏ, ਫਿਰ ਤੁਹਾਨੂੰ ਪਤਾ ਘਰਾਂ 'ਚ ਬਹੁਤ ਝਗੜੇ ਜਿਹੇ ਹੁੰਦੇ ਇਸ ਕਰਕੇ। ਅੱਛਾ, ਇੱਕ ਗੱਲ ਭੈਣ ਜੀ ਕਲੀਅਰ ਕਰਿਓ ਕਿ ਜਦੋਂ ਉਹਨਾਂ ਨੇ ਤੁਹਾਡੇ ਸਰਦਾਰ ਸਤਨਾਮ ਸਿੰਘ ਨੂੰ ਅਡੋਪਟ ਕੀਤਾ ਸੀ ਛੋਟਾ ਜਿਹਾ, ਜਦੋਂ ਅਜੇ 10 ਸਾਲ ਦਾ ਸੀ, ਉਦੋਂ ਆਪਣਾ ਕੋਈ ਬੱਚਾ ਨਹੀਂ ਸੀ ਭੂਆ ਦਾ? ਨਹੀਂ, ਉਦੋਂ ਉਹਨਾਂ ਦਾ ਨਹੀਂ ਹੈਗਾ ਬੱਚਾ। ਅੱਛਾ, ਉਦੋਂ ਇਕੱਲੇ ਹੀ ਇੱਕ ਬੇਟੀ ਹੀ ਬਸ, ਹੋਰ ਕੋਈ ਬੱਚਾ ਨਹੀਂ ਸੀ ਅਤੇ ਫੁੱਫੜ ਬਾਹਰ ਰਹਿੰਦੇ ਸੀ ਉਦੋਂ। ਅੱਛਾ, ਅਤੇ ਉਸ ਤੋਂ ਬਾਅਦ ਹੋਏ ਬਾਕੀ ਬੱਚੇ। ਠੀਕ ਹੈ। ਇਹ ਇੱਕ ਕਾਨੂੰਨੀ ਮਸਲਾ ਜੀ, ਕਈ ਵਾਰੀ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੇ ਹੋਰ ਕੇਸ ਵੀ ਹੋਣਗੇ। ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਕਮੈਂਟ ਦੇ ਵਿੱਚ ਦੱਸਿਓ, ਕਿਉਂਕਿ ਉਦੋਂ ਮੂੰਹ ਜ਼ਬਾਨੀ ਗੱਲਾਂ ਸੀ, ਪਰ ਕਿਤੇ ਨਾ ਕਿਤੇ ਜਿਹੜੇ ਕੋਈ ਧਰਮ 'ਤੇ ਟਿਕੇ ਰਹਿਣ ਵਾਲੇ ਲੋਕ ਜਾਂ ਸੱਚ 'ਤੇ ਪਹਿਰਾ ਦੇਣ ਵਾਲੇ ਲੋਕ ਅਸੀਂ ਐਸੇ ਵੀ ਵੇਖੇ ਨੇ ਕਿ ਜਿਨ੍ਹਾਂ ਨੇ ਬੱਚੇ ਇਸ ਤਰ੍ਹਾਂ ਅਡੋਪਟ ਕੀਤੇ ਨੇ ਅਤੇ ਉਹਨਾਂ ਨੂੰ ਮੁੜ ਕੇ ਉਹਨਾਂ ਦਾ ਬਣਦਾ ਹੱਕ ਵੀ ਦਿੱਤਾ ਹੈ। ਬਹੁਤ ਵਾਰ ਇਸ ਤਰ੍ਹਾਂ ਹੋਇਆ ਵੀ ਜਦੋਂ ਬਾਅਦ 'ਚ ਆਪਣੇ ਬੱਚੇ ਹੋ ਗਏ ਅਤੇ ਫਿਰ ਉਹ ਕੋ ਮੋਹ ਜਾਗ ਪਿਆ ਐਸਾ, ਅਤੇ ਫਿਰ ਉਹ ਗੈਰ ਲੱਗਣ ਲੱਗ ਗਿਆ ਅਤੇ ਉਹਨੂੰ ਕੋਈ ਪੈਸਾ ਜਾਂ ਜਾਇਦਾਦ ਜਿਹੜੀ ਆ ਮੁੜ ਕੇ ਨਹੀਂ ਦਿੱਤੀ। ਅਤੇ ਫਿਰ ਉਦੋਂ ਬਾਅਦ ਫੁੱਫੜ ਜੀ ਦੀ ਡੈਥ ਤੋਂ ਬਾਅਦ ਫਿਰ ਘਰ ਬਾਹਰ ਪੈਲੀ ਪੁਲੀ ਤੋਂ ਇਹਨਾਂ ਨੂੰ ਫਿਰ ਲਾਂਭੇ ਕਰਤਾ? ਹਾਂਜੀ, ਕੋਈ ਚੀਜ਼ ਨਹੀਂ ਮਿਲੀ। ਫਿਰ ਥੋੜ੍ਹਾ ਜਿਹਾ ਝਗੜੇ ਹੋਣ ਡੈ ਪਏ, ਮੁੜ ਕੇ ਭੂਆ ਕਹਿੰਦੀ ਵੀ ਮੈਂ ਦੇਣਾ ਨਹੀਂ ਕੁਛ ਵੀ ਘਰੋਂ। ਅੱਛਾ, ਫਿਰ ਅਸੀਂ ਇੱਥੇ ਬਟਾਲੇ
ਰਹਿਣ ਦਾ ਵੀ ਕੁਆਟਰ ਲੈ ਲਿਆ ਉੱਥੇ ਮਤਲਬ ਜ਼ਮੀਨ ਜਾਇਦਾਦ ਤੇ ਕੀ ਦੇਣੀ ਸੀ, ਘਰ ਚੋਂ ਵੀ ਕੋਈ ਹਿੱਸਾ ਨਹੀਂ ਦਿੱਤਾ? ਕੋਈ ਹਿੱਸਾ ਨਹੀਂ, ਜਿਹੜੀ ਇਹਨਾਂ ਨੇ ਕਮਾਈ ਕੀਤੀ ਉਹਨਾਂ ਵਿੱਚੋਂ ਵੀ ਕੋਈ ਹਿੱਸਾ ਨਹੀਂ ਦਿੱਤਾ। ਜਦੋਂ ਮੇਰਾ ਵਿਆਹ ਹੋਇਆ ਸੀ ਕਾਫੀ ਉਹਨਾਂ ਨੂੰ ਸੋਨਾ ਸਾਨਾ ਸਾਰਾ ਕੁਛ ਪਾਇਆ ਸੀ, ਉਹਨਾਂ ਚੋਂ ਵੀ ਕੋਈ ਹਿੱਸਾ ਨਹੀਂ ਸਾਨੂੰ ਦਿੱਤਾ, ਕੋਈ ਚੀਜ਼ ਨਹੀਂ ਦਿੱਤੀ। ਅਸੀਂ ਸਿਰਫ ਖਾਲੀ ਹੱਥ ਆਏ ਸੀ ਉੱਥੋਂ। ਫਿਰ ਅਸੀਂ ਇੱਥੇ ਆਣ ਕੇ ਕੁਆਟਰ ਵਿੱਚ ਅਸੀਂ ਆ ਸਭ ਕੁਝ ਆਪਣਾ ਆਪੇ ਹੀ ਬਣਾਇਆ। ਫਿਰ ਬਾਹਰ ਦਾ ਟੂਰ ਲੱਗ ਗਿਆ, ਫਿਰ ਉੱਥੋਂ ਕੁਆਟਰ ਵੇਚ ਕੇ ਇੱਥੇ ਬਟਾਲੇ ਗੌਂਸਪੁਰੇ ਲੱਲੀ ਕੋਠੀ। ਫਿਰ ਇਹਨਾਂ ਦੇ 2 ਵਾਹਵਾ ਰਹੇ 5-6 ਸਾਲ ਬਾਹਰ। ਫਿਰ ਬੇਟੀ ਨੂੰ ਵੱਡੀ ਛੋਟੀ ਹੋਈ, ਫਿਰ ਉਸ ਤੋਂ ਬਾਅਦ 4 ਸਾਲਾਂ ਬਾਅਦ ਬੇਟਾ ਹੋਇਆ। ਅਤੇ ਉਹਨਾਂ ਤੋਂ ਬਾਅਦ ਫਿਰ 2-2.5 ਸਾਲਾਂ ਬਾਅਦ ਆਏ ਫਿਰ ਬਾਹਰੋਂ। ਫਿਰ ਅਸੀਂ ਇੱਥੇ ਰਹਿਣ ਲੱਗੇ ਅਤੇ ਇਹਨੇ ਥੋੜ੍ਹੀ ਜਿਹੀ ਹਾਰਟ ਦੀ ਪ੍ਰੋਬਲਮ ਸੀ, ਸਾਨੂੰ ਇਹ ਨਹੀਂ ਸੀ ਪਤਾ ਇਹਨਾਂ ਨੂੰ ਬਾਹਰ ਅਟੈਕ ਹੋਇਆ ਸੀ। ਅੱਛਾ। ਅਤੇ ਉਹਦਾ ਸਾਨੂੰ ਪਤਾ ਨਹੀਂ ਸੀ ਜਦੋਂ ਇੱਥੇ ਆਣ ਕੇ ਸ਼ੂਗਰ ਵੀ ਹੈਗੀ ਇਹਨਾਂ ਨੂੰ। ਕਿਹੜੇ ਮੁਲਕ 'ਚ ਰਹੇ ਨੇ ਬਾਹਰ ਇਹ? ਬਹਿਰੀਨ 'ਚ। ਅੱਛਾ, ਬਹਿਰੀਨ 'ਚ ਸੀਗੇ। ਹਾਂਜੀ। ਠੀਕ ਹੈ ਜੀ। ਚਲੋ ਉੱਥੇ ਕਿੰਨੇ ਕੁ ਪੈਸੇ ਮਿਲ ਜਾਂਦੇ ਸੀ ਉਦੋਂ ਮਹੀਨੇ ਦੇ? ਉਦੋਂ ਮਿਲ ਜਾਂਦੇ ਸੀ ਵੀ 50-60 ਹਜ਼ਾਰ ਰੁਪਏ ਸੈਲਰੀ ਮਿਲ ਜਾਂਦੀ ਸੀ। ਅੱਛਾ, ਵਧੀਆ ਸੀਗਾ। ਫਿਰ ਵੀ ਗੁਜ਼ਾਰਾ ਵਧੀਆ ਹੋ ਰਿਹਾ ਸੀ? ਹਾਂਜੀ, ਬੱਚੇ ਵਧੀਆ ਗੁਜ਼ਾਰਾ ਹੋਣ ਡਿਆ ਸੀ ਬੱਚਿਆਂ ਨਾਲ। ਬੱਚੇ ਵੀ ਵਧੀਆ ਸਕੂਲੇ ਪਾਏ ਵੀ ਚਲੋ ਪੜ੍ਹ ਲਿਖ ਜਾਣਗੇ। ਅਤੇ ਉਹਦਾ ਕਰਕੇ ਫਿਰ ਜਦੋਂ ਇਹਨਾਂ ਦੇ ਇੱਕਦਮ ਹੀ ਫਿਰ ਬਾਹਰ ਦਾ ਚੱਕਰ ਬਣ ਗਿਆ, ਸਾਲ ਰਹੇ ਇੱਥੇ ਘਰ। ਵੀ ਜਦੋਂ ਇਹ ਗੱਲ ਦਾ ਕਲੀਅਰ ਹੋ ਗਿਆ ਕਿ ਭੂਆ ਫੁੱਫੜ ਨੇ ਕੁਝ ਨਹੀਂ ਦਿੱਤਾ, ਜਿਹੜੇ ਇਹਨਾਂ ਦੇ ਆਪਣੇ ਮਾਪੇ ਸਨ ਉੱਥੋਂ ਵੀ ਕੁਝ ਨਾ ਮਿਲਿਆ? ਨਹੀਂ, ਉਹਨਾਂ ਕੋਲ ਕੁਛ ਨਹੀਂ, ਉਹਨਾਂ ਦੀ ਡੈਥ ਹੋ ਗਈ ਸੀ ਮੰਮੀ ਪਾਪਾ ਦੀ। ਅੱਛਾ। ਨਹੀਂ, ਪਰ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸੀ ਉਹਨਾਂ ਦੀ? ਉਹਨਾਂ ਦੇ ਭਰਾ ਫਿਰ ਉਹ ਵੱਖੋ ਵੱਖ, ਤੁਹਾਨੂੰ ਪਤਾ ਆਪੋ ਆਪਣੇ ਪਰਿਵਾਰ ਹੁੰਦੇ ਆ। ਮਤਲਬ ਕਹਿਣ ਦਾ ਵੀ ਦੋਹਰੀ ਮਾਰ ਪਈ ਆ ਸਤਨਾਮ ਸਿੰਘ ਨੂੰ, ਨਾ ਉਹਨੂੰ ਆਪਣੇ ਮਾਪਿਓ ਕੋਲੋਂ ਕੁਝ ਮਿਲਿਆ ਤੇ ਜਿਨ੍ਹਾਂ ਨੂੰ ਮਾਪਿਓ ਸਮਝਿਆ ਸੀ ਨਾ ਉਹਨਾਂ ਕੋਲੋਂ ਹੀ ਕੁਝ ਮਿਲਿਆ। ਉਹਨਾਂ ਨੂੰ ਤੇ ਚੱਲ ਕਹਿੰਦੇ ਕਿ ਮੈਂ ਇਹਨਾਂ ਨੂੰ ਕਿਹੜਾ ਕੋਈ ਕਮਾਈ ਕੀਤੀ ਜਾਂ ਇਹਨਾਂ ਨੂੰ ਕੁਝ ਖਵਾਲਿਆ ਵਾ, ਵੀ ਰਿਹਾ ਤੇ ਮੈਂ ਇੱਥੇ ਇਹਨਾਂ ਨੂੰ ਕਮਾਈ ਕਰਕੇ ਇਹਨਾਂ ਦੇ ਬੱਚੇ ਵਿਆਹੁੰਦਾ ਰਿਹਾ। ਤੇ ਮੈਂ ਮਤਲਬ ਉਹ ਤੇ ਇੱਕ ਇਖਲਾਕੀ ਤੌਰ ਤੇ ਉਹ ਮਹਿਸੂਸ ਕਰਦੇ ਸੀ ਨਾ ਵੀ ਮੈਂ ਜੇ ਆਪਣੇ ਮਾਪਿਓ ਦੀ ਗੱਲ ਕਰਾਂ, ਮੈਂ ਤੇ ਉਹਨਾਂ ਦੀ ਕੋਈ ਸੇਵਾ ਨਹੀਂ ਕੀਤੀ, ਕੋਈ ਉੱਥੇ ਕਮਾਈ ਨਹੀਂ ਦਿੱਤੀ ਤੇ ਉਹਨਾਂ ਕੋਲੋਂ ਕੁਝ ਲੈਣ ਦਾ ਮੇਰਾ ਹੱਕ ਵੀ ਨਹੀਂ ਬਣਦਾ, ਕਦੀ ਮੰਗੇ ਵੀ ਨਹੀਂ ਸਨ? ਨਹੀਂ, ਉਹਨਾਂ ਨੇ ਨਹੀਂ ਮੰਗਿਆ ਉਹਨਾਂ ਕੋਲ। ਅੱਛਾ। ਤੇ ਉਹਨਾਂ ਕੋ ਕਿਸੇ ਕੋ ਨਹੀਂ ਮੰਗਿਆ ਤੇ ਇਹਨਾਂ ਕੋ ਹੀ ਜਿਨ੍ਹਾਂ ਨੇ ਲਿਆ ਸੀ ਉਹਨਾਂ ਕੋ ਮੰਗਦੇ ਰਹੇ। ਨਨਾਣ ਹੀ ਉਹ ਸਾਡੀ ਵਿਚੋਲਣ ਹੀ, ਬੜਾ ਜ਼ੋਰ ਲਾਇਆ ਸੀ ਉਹਨਾਂ ਨੂੰ, ਕਹਿੰਦੇ ਸੀ ਦਵਾਵਾਂਗੇ ਹੱਕ ਦਵਾਵਾਂਗੇ, ਮੁੜ ਕੇ ਕੁਛ ਵੀ ਨਹੀਂ। ਬੇਹੱਦ ਪੇਚੀਦਾ ਮਾਮਲਾ ਜੀ ਇਹ। ਵੇਖੋ ਸਤਨਾਮ ਸਿੰਘ ਦੀ ਜ਼ਿੰਦਗੀ ਦੇ ਵਿੱਚ ਇੱਕ ਐਸੀ ਟ੍ਰੈਜਡੀ ਹੈ ਕਿ ਮਾਪਿਆਂ ਆਪਣੇ ਸਕੇ ਮਾਂ-ਪਿਓ ਕੋਲੋਂ ਤੇ ਇਸ ਕਰਕੇ ਨਹੀਂ ਮੰਗਿਆ। ਮੈਂ ਕਹਿੰਦਾ ਵਾਂ ਵੀ ਉਸ ਬੰਦੇ ਦੇ ਸਿਦਕ ਭਰੋਸੇ ਨੂੰ ਸਲੂਟ ਆ ਕਿ ਜਿਹੜਾ ਇਹ ਗੱਲ ਕਹਿੰਦਾ ਰਿਹਾ ਕਿ ਮਾਂ-ਪਿਓ ਦੀ ਨਾ ਮੈਂ ਸੇਵਾ ਕੀਤੀ ਤੇ ਨਾ ਮੈਂ ਇੱਥੇ ਕੋਈ ਕਮਾਈ ਦਿੱਤੀ, ਮੈਂ ਇਹਨਾਂ ਕੋਲੋਂ ਕਿਉਂ ਲਵਾਂ। ਤੇ ਜਿਨ੍ਹਾਂ ਨੂੰ ਮਾਂ-ਪਿਓ ਸਮਝ ਕੇ ਉੱਥੇ ਕਮਾਈ ਕਰਦਾ ਰਿਹਾ, ਉਹਨਾਂ ਦੇ ਬੱਚੇ ਪੜ੍ਹਾਏ ਲਿਖਾਏ ਤੇ ਵਿਆਹੇ ਵੀ, ਤੇ ਉੱਥੋਂ ਉਹ ਬੇਦਖਲ ਕਰ ਦਿੱਤਾ ਗਿਆ। ਇੱਕ ਗੱਲ ਜਿਹੜੀ ਆ ਇਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਮਾਮ ਉਹਨਾਂ ਲੋਕਾਂ ਦੇ ਲਈ ਇੱਕ ਸਬਕ ਆ ਜਿਹੜੇ ਆਪਣੇ ਕੋਈ ਬੱਚਾ ਅਡੋਪਟ ਕਰਨਾ ਚਾਹੁੰਦੇ ਨੇ ਜਾਂ ਆਪਣਾ ਬੱਚਾ ਕਿਸੇ ਨੂੰ ਅਡੋਪਟ ਦੇਣਾ ਚਾਹੁੰਦੇ ਆ, ਵੀ ਕਿਸੇ ਨੂੰ ਗੋਦ ਦੇਣਾ ਚਾਹੁੰਦੇ ਆ। ਦੋਵਾਂ ਦੇ ਲਈ ਲਿਖਤੀ ਰੂਪ ਦੇ ਵਿੱਚ ਇਹ ਜਿਹੜੀ ਆ ਗੋਦ ਲੈਣ ਦੀ ਰਸਮ ਕਾਨੂੰਨ ਤੌਰ ਦੇ ਉੱਤੇ ਜਿਹੜੀ ਆ ਇਹ ਹੋਣੀ ਬਹੁਤ ਜ਼ਰੂਰੀ ਆ। ਨਹੀਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਅਗਾਂਹ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਇਸ ਗੱਲ ਦਾ ਕਿੱਡਾ ਮਾੜਾ ਅਸਰ ਹੁੰਦਾ ਹੈ। ਇਸ ਵਕਤ ਬੀਬੀ ਸਰਬਜੀਤ ਕੌਰ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਆ ਵੀ ਬੱਚਿਆਂ ਨੂੰ ਕਿਵੇਂ ਪੜ੍ਹਾਏ ਲਿਖਾਏਗੀ ਅਤੇ ਵਿਆਹੇਗੀ। ਹੁਣ ਕੋਈ ਥੋੜ੍ਹਾ ਬਹੁਤਾ ਹੈ ਕੋਈ ਆਮਦਨ ਦਾ ਸਾਧਨ, ਕਿੱਦਾਂ ਦਰਗੁਜ਼ਰ ਹੋ ਰਹੀ ਹੈ? ਬਸ ਆਪਣੇ ਇੱਥੇ ਪਿੰਡ 'ਚ ਹੀ ਰਹਿੰਦੇ ਆ, ਆਪਣੇ ਪੇਕਿਆਂ ਦੇ ਘਰ। ਤਾਂ ਡੈਡੀ ਹੁਣੇ ਕੀ ਘਰ ਦਾ ਰੋਟੀ ਪਾਣੀ ਇੱਥੋਂ ਹੀ ਖਾ ਰਹੇ। ਜਦੋਂ ਦੇ ਪਾਪਾ ਦੀ ਡੈਥ ਹੋਈ ਉਦੋਂ ਦੇ ਅਸੀਂ ਇੱਥੇ ਹੀ ਉਹਨਾਂ ਦਾ ਇੱਥੇ ਹੀ ਲਿਆਂਦਾ, ਇੱਥੇ ਹੀ ਸੰਸਕਾਰ ਕੀਤਾ, ਸਾਰੇ ਕੰਮ ਇੱਥੇ ਹੀ ਕੀਤੇ।
ਆਸਰਾ ਨਜ਼ਰ ਆਉਂਦਾ। ਪੇਕੇ ਤੁਹਾਡੇ ਕੀ ਕੰਮ ਕਰਦੇ ਆ, ਭਰਾ ਜਾਂ ਤੁਹਾਡੇ? ਭਰਾ ਖੇਤੀਬਾੜੀ ਕਰਦੇ ਘਰੇ ਕਿੰਨੀ ਕੁ ਪੈਲੀ ਆ ਇਹਨਾਂ ਕੋਲ? ਪੈਲੀ ਤਾਂ ਨਹੀਂ ਪਾਇਆ ਹੁਣ 5 ਕਿੱਲੇ। ਅੱਛਾ, ਕਿੰਨੇ ਭਰਾ ਨੇ ਤੁਹਾਡੇ? 2 ਭਰਾ ਆ। 2 ਭਰਾ ਨੇ, ਆਪਣੇ ਘਰ-ਬਾਰ ਪਰਿਵਾਰ ਵਾਲੇ ਨੇ? ਹਾਂਜੀ, ਇੱਕ ਛੋਟਾ ਵਿਆਹੁਣ ਵਾਲਾ ਵਾ, ਵੱਡਾ ਵਿਆਹਿਆ ਵਾ। ਇੱਕ ਛੋਟਾ ਭਰਾ ਤੁਹਾਡਾ ਵਿਆਹੁਣ ਵਾਲਾ ਵੀ ਆ? ਤੇ ਡੈਡੀ ਆ ਤੇ ਮੰਮੀ ਆ। ਉਹਦਾ ਵੀ ਇੱਕ ਬੇਟਾ ਵਾ ਵੱਡੇ ਭਰਾ ਦਾ। ਕੀ ਲੱਗਦਾ ਹੁਣ ਤੁਸੀਂ ਆਪਣੇ ਪੇਕੇ ਰਹਿ ਕੇ ਹੀ ਫਿਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋਗੇ? ਵੇਖੋ ਜਿੰਨਾ ਤੱਕ ਸਾਥ ਦੇਣਗੇ। ਤੁਸੀਂ ਆਪਣੇ ਤੌਰ ਤੇ ਕੋਈ ਕੰਮਕਾਰ ਕੋਈ ਕਰਨਾ ਜਾਣਦੇ ਹੋ? ਕੋਈ ਸਿਲਾਈ ਕਢਾਈ ਜਾਂ ਕੋਈ ਆਪਣਾ ਹੱਥੀਂ ਕੁਛ ਕਰਨਾ ਜਾਣਦੇ ਹੋ? ਨਹੀਂ, ਸਿਲਾਈ ਤਾਂ ਨਹੀਂ ਸਿੱਖੀ ਉੱਦਾਂ। ਅੱਛਾ। ਹਾਂਜੀ। ਹੁਣ ਤੇ ਮਤਲਬ ਤੁਹਾਡਾ ਆਪਣੇ ਬੱਚਿਆਂ ਤੇ ਹੀ ਆ ਵੀ ਇਹ ਪੜ੍ਹ ਲਿਖ ਕੇ ਤੁਹਾਡਾ ਆਸਰਾ ਬਣ ਜਾਣ। ਤੇ ਚਲੋ, ਇੱਕ ਗੁਰਸਿੱਖ ਬੱਚੇ ਹੋਣ ਦੇ ਨਾਤੇ ਅਸੀਂ ਜੋ ਆਪਣੀ ਸਾਡੀ ਸੰਸਥਾ ਜੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ, ਅਸੀਂ ਉਹਦੇ ਵੱਲੋਂ ਜੋ ਵੀ ਇਹਨਾਂ ਦੀ ਪੜ੍ਹਾਈ ਦੇ ਲਈ ਕਰ ਸਕਦੇ ਹਾਂ ਸਾਡੇ NRI ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ। ਤੇ ਇਹ ਆ ਵੀ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੀ ਰੱਖਿਓ। ਤੁਸੀਂ ਸਾਰਾ ਪਰਿਵਾਰ ਜੁੜੇ ਹੋ ਤੇ ਸਤਿਗੁਰੂ ਕਿਰਪਾ ਕਰਨਗੇ ਤੇ ਜ਼ਰੂਰ ਜਿਹੜੀ ਆ ਕੋਈ ਨਾ ਕੋਈ ਐਸਾ ਕੋਈ ਭੈਣ ਭਰਾ ਅੱਗੇ ਆ ਜੇ ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਲੇ, ਕਿਤੇ ਬੱਚੇ ਪੜ੍ਹ ਲਿਖ ਕੇ ਚਲੋ ਵਿਦੇਸ਼ ਚਲੇ ਜਾਣਗੇ ਤੇ ਕੋਈ ਆਸਰਾ ਬਣ ਜਾਣਗੇ। ਹੋਰ ਕੋਈ ਗੱਲ ਜਿਹੜੀ ਤੁਸੀਂ ਸਾਰੀ ਸੰਗਤ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਸਾਰੀ ਸੰਗਤ ਸੁਣ ਰਹੀ ਹੈ। ਬਸ ਮੈਂ ਤਾਂ ਇਹ ਕਹਿੰਦੀ ਕਿ ਮੇਰੇ ਬੇਟਾ ਬੇਟੀ ਪੜ੍ਹ ਕੇ, ਉਹ ਕਹਿੰਦੀ ਬੇਟੀ ਵੱਡੀ ਕਹਿੰਦੀ ਸੀ ਮੈਂ ਵਕੀਲ ਬਣਨਾ ਚਾਹੁੰਦੀ ਹਾਂ ਤੇ ਇਹਦੇ ਪਾਪਾ ਕਹਿੰਦੇ ਸੀ ਮੈਂ ਬਣਾਉਣਾ ਵਾ। ਠੀਕ ਹੈ। ਤੇ ਉਹ ਬਾਹਰ ਦਾ ਟੂਰ ਵੀ ਲਾਉਣ ਗਏ ਸੀ, ਪਰ ਉੱਧਰ ਜਾ ਕੇ ਹੀ 10 ਦਿਨ ਹੀ, ਸਿਰਫ 8 ਦਿਨ ਹੀ ਗਏ ਉੱਧਰ। ਉੱਧਰ ਜਾ ਕੇ ਸਾਹ ਦੀ ਪ੍ਰੋਬਲਮ ਆਉਣ ਡੈ ਪਈ ਉਹਨਾਂ ਨੂੰ। ਉਹਦਾ ਕਰਕੇ ਫਿਰ ਇੱਧਰ ਆਏ ਤੇ ਇੱਧਰ ਅਸੀਂ ਡਾਕਟਰਾਂ ਨੂੰ ਵਿਖਾਇਆ ਤੇ ਕਹਿੰਦੇ ਕਿ ਇਹਨਾਂ ਦਾ ਜਿਹੜਾ ਵਾਲ ਵਾ ਨਾ ਉਹ ਖਰਾਬ ਹੋ ਗਿਆ ਵਾ। ਉਹ ਫਿਰ ਅਸੀਂ ਕਹਿੰਦੇ ਵੀ 2.5-3 ਲੱਖ ਦਾ ਖਰਚਾ ਲੱਗਣਾ ਵਾ। ਤੇ ਅਸੀਂ ਆਖਿਆ ਚਲੋ ਕਰਾ ਲੈਂਦੇ ਹਾਂ। ਫਿਰ ਜਦੋਂ ਉਹਨਾਂ ਨੇ ਅੰਦਰ ਜਾ ਕੇ ਐਂਜੀਓਗ੍ਰਾਫੀ ਕੀਤੀ, ਉਹਦੇ ਵਿੱਚ ਸਾਰੀਆਂ ਨਸਾਂ ਬਲੌਕ ਆਈਆਂ ਹਾਰਟ ਦੀਆਂ। ਉਹ ਕਹਿੰਦੇ ਫਿਰ ਖਰਚਾ ਜ਼ਿਆਦਾ ਲੱਗਣਾ ਵਾ। ਅਸੀਂ ਆਖਿਆ ਖਰਚੇ ਦੀ ਕੋਈ ਗੱਲ ਨਹੀਂ, ਵੀ ਚਲੋ ਕਮਾਉਂਦੇ ਹੀ ਸਾਨੂੰ ਇਹ ਸੀ ਕਿ ਚਲੋ ਜਿੰਨਾ ਵੀ ਲੱਗੂਗਾ ਪੈਸਾ ਲਾ ਲਾਂਗੇ। ਸਾਡਾ ਪੈਸਾ ਵੀ 7-8 ਲੱਖ ਰੁਪਈਆ ਲੱਗ ਗਿਆ। ਤੇ ਇਹਨਾਂ ਦੇ ਵੀ 1 ਮਹੀਨਾ ਤੇ 5 ਦਿਨ ਹੌਸਪੀਟਲ ਵੀ ਰਹੇ, IC ਰੂਮ ਵਿੱਚ ਹੀ ਰਹੇ ਤੇ ਉੱਥੇ ਹੀ ਉਹਨਾਂ ਦੀ ਡੈਥ ਹੋਈ। ਤੇ ਪੈਸਾ ਵੀ ਲੱਗ ਗਿਆ ਤੇ ਆਪ ਵੀ ਨਹੀਂ ਰਹੇ। ਤੇ ਹੁਣ ਇਹ ਕਿ ਸਾਨੂੰ ਮੈਨੂੰ ਬੱਚਿਆਂ ਦੀ ਮੁਸ਼ਕਲ ਵਾ। ਬੱਚੇ ਵੀ ਛੋਟੇ ਆ, ਬੇਟਾ ਜ਼ਿਆਦਾ ਛੋਟਾ 7 ਸਾਲ ਦਾ ਬੇਟਾ ਵਾ ਤੇ ਵੱਡੀ ਬੇਟੀ ਜਿਹੜੀ ਉਹ ਹੈਗੀ 12 ਸਾਲ ਦੀ, ਛੋਟੀ 10 ਸਾਲ ਦੀ। ਇੱਕ ਬੇਨਤੀ ਤੁਹਾਨੂੰ ਹੋਰ ਭੈਣ ਜੀ ਕਰਦੇ ਹਾਂ। ਇੱਕ ਟਰਸਟ ਚੰਡੀਗੜ੍ਹ ਆ, ਇੱਕ ਬੀਬੀ ਸੰਦੀਪ ਕੌਰ ਦਾ ਟਰਸਟ ਜਿਹੜਾ ਅੰਮ੍ਰਿਤਸਰ ਆ, ਤੇ ਬੀਬੀ ਕੁਲਬੀਰ ਕੌਰ ਧਾਮੀ ਦਾ ਚੰਡੀਗੜ੍ਹ ਆ। ਉੱਥੇ ਗੁਰਸਿੱਖ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸੰਗਤ ਦੇ ਸਹਿਯੋਗ ਦੇ ਨਾਲ ਪੜ੍ਹਾਇਆ ਜਾਂਦਾ। ਅਗਰ ਤੁਸੀਂ ਚਾਹੋ ਤੇ ਅਸੀਂ ਉਹਨਾਂ ਨੂੰ ਬੇਨਤੀ ਕਰ ਦਿਆਂਗੇ ਤੇ ਤੁਹਾਡੀਆਂ ਬੇਟੀਆਂ, ਕਿਉਂਕਿ ਬੇਟੀਆਂ ਦਾ ਹੀ ਉੱਥੇ ਜ਼ਿਆਦਾ ਕਰਦੇ ਆ, ਤੁਹਾਡੀਆਂ ਬੇਟੀਆਂ ਜਿਹੜੀਆਂ ਨੇ ਉੱਥੇ ਵਧੀਆ ਸਿੱਖਿਆ ਲੈ ਸਕਦੀਆਂ ਨੇ। ਇਹ ਡਾਕਟਰ ਬਣਨ, ਇਹ ਵਕੀਲ ਬਣਨ, ਇਹ ਜੋ ਮਰਜ਼ੀ ਬਣਨਾ ਚਾਹਣ, ਸੰਗਤ ਉੱਥੇ ਵੀ ਬੜਾ ਸਾਥ ਦਿੰਦੀ ਆ। ਤੁਸੀਂ ਆਪਣੀਆਂ ਬੱਚੀਆਂ ਦੀ ਐਡਮਿਸ਼ਨ ਉੱਥੇ ਕਰਾ ਦਿਓ ਤੇ ਅਸੀਂ ਤੁਹਾਨੂੰ ਦੱਸ ਦਿਆਂਗੇ। ਉਹਨਾਂ ਦੇ ਫ਼ੋਨ ਨੰਬਰ ਅੱਜ ਦੇ ਜਾਂਦੇ ਆ ਤੁਹਾਨੂੰ, ਤੁਸੀਂ ਉਹਨਾਂ ਨਾਲ ਗੱਲ ਕਰਕੇ ਤੇ ਉੱਥੇ ਦਾਖਲ ਕਰਾ ਦਿਓ। ਬੱਚੀਆਂ ਉੱਥੇ ਪੜ੍ਹ ਗਈਆਂ। ਬਾਕੀ ਸੰਗਤ ਦੇ ਸਹਿਯੋਗ ਨਾਲ ਸਾਡੀ NGO ਵੱਲੋਂ ਤੁਹਾਡੇ ਬੇਟੇ ਦੀ ਪੜ੍ਹਾਈ ਦਾ ਪ੍ਰਬੰਧ ਅਸੀਂ ਇੱਥੇ ਕਰ ਲਾਂਗੇ, ਕਿਉਂਕਿ ਅਸੀਂ ਇੱਕ ਗੁਰਸਿੱਖ ਪਰਿਵਾਰ ਹੋਣ ਦੇ ਨਾਤੇ ਇਹੋ ਕੁਝ ਕਰ ਸਕਦੇ ਹਾਂ। ਤੇ ਇਹ ਜਿਹੜਾ ਤੁਹਾਡਾ ਸਹਿਯੋਗ ਹੋ ਜਾਏਗਾ। ਤੇ ਅੱਜ ਅਸੀਂ ਤੁਹਾਨੂੰ ਆਪਣੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸਾਨੂੰ ਕੋਈ ਸੰਗਤ ਸੇਵਾ ਭੇਜ ਦਿੰਦੀ ਆ, ਉਹਦੇ 'ਚੋਂ ਤੁਹਾਨੂੰ 10,000 ਰੁਪਈਆ ਅਸੀਂ ਦੇ ਜਾਂਦੇ ਹਾਂ। ਤੇ ਤੁਸੀਂ ਚਲੋ ਆਪਣਾ ਥੋੜ੍ਹਾ ਬਹੁਤਾ ਉਹਦੇ ਨਾਲ ਕੋਈ ਜ਼ਰੂਰੀ ਕੰਮ ਕਰ ਲਓ। ਤੇ ਬਾਕੀ ਬੱਚਿਆਂ ਦੀ ਪੜ੍ਹਾਈ ਦਾ ਤੇ ਇਹੋ ਕੁਝ ਹੋ ਸਕਦਾ। ਜੇ ਬੱਚਿਆਂ ਦਾ ਦਿਲ ਕਰੇ ਚੰਡੀਗੜ੍ਹ ਪੜ੍ਹਨਾ, ਉੱਥੇ ਚੱਲ ਜਾਂਗੇ। ਜੇ ਅੰਮ੍ਰਿਤਸਰ ਨੇੜੇ ਰੱਖਣੀਆਂ ਤੇ ਉੱਥੇ ਫਿਰ ਇਹ ਆ ਵੀ ਜਦੋਂ ਮਰਜ਼ੀ ਤੁਸੀਂ ਜਾ ਕੇ ਮਿਲ ਜਲ ਵੀ ਸਕਦੇ ਹੋ ਤੇ ਦਿਨ ਦਿਹਾੜ ਤੇ ਉਹ ਆ ਵੀ ਸਕਣਗੀਆਂ ਲਾਗੇ, ਜਿਵੇਂ ਤੁਹਾਨੂੰ ਠੀਕ ਲੱਗਦਾ। ਕਿਉਂਕਿ ਉੱਥੇ ਟਰਸਟ ਚੱਲਦੇ ਨੇ ਬੜੇ ਵਧੀਆ। ਵੈਸੇ ਤੇ ਉਹ ਖਾੜਕੂਆਂ ਦੇ ਬੱਚਿਆਂ ਦੀ ਪਹਿਲਾਂ ਕਰਦੇ ਰਹੇ ਨੇ ਸਾਂਭ ਸੰਭਾਲ, ਤੇ ਹੁਣ ਉਹ ਖਾੜਕੂਆਂ ਦੇ ਬੱਚੇ ਤੇ ਸਾਰੇ ਪੜ੍ਹਾਈ ਆਪਣੀ ਕੰਪਲੀਟ ਕਰ ਗਏ ਆ। ਹੁਣ ਅੱਜ ਕੱਲ੍ਹ ਤੁਹਾਡੇ ਵਰਗੇ ਗੁਰਸਿੱਖਾਂ ਦੇ ਪਰਿਵਾਰਾਂ ਦੇ ਉਹਨਾਂ ਕੋਲ ਤੇ ਕੋਈ ਵੀ ਚਲੇ ਜੇ ਤੇ ਉਹ ਕਰਦੇ ਨੇ ਸੇਵਾ। ਤੇ ਇਹ ਆ ਵੀ ਤੁਹਾਡੇ ਬੱਚੇ ਅੰਮ੍ਰਿਤਧਾਰੀ ਨੇ, ਇਸ ਚੀਜ਼ ਦਾ ਉੱਥੇ ਖਾਸ ਜਿਹੜਾ ਉਹਨਾਂ ਦਾ ਮਾਣ ਸਤਿਕਾਰ ਹੋਏਗਾ। ਠੀਕ ਲੱਗਦਾ ਇਹ ਫੈਸਲਾ?
ਠੀਕ ਹੈ। ਹਾਂਜੀ, ਤੁਸੀਂ ਆਪਣੇ ਪਿਤਾ ਜੀ ਨਾਲ, ਆਪਣੇ ਭਰਾਵਾਂ ਨਾਲ ਸਲਾਹ ਕਰ ਲਿਓ। ਅਗਰ ਉਹ ਇਸ ਗੱਲ ਦੀ ਇਜਾਜ਼ਤ ਦੇਣਗੇ ਤੇ ਫੋਨ ਨੰਬਰ ਸਾਡੇ ਅੱਜ ਤੁਹਾਡੇ ਕੋਲ ਆ ਜਾਣੇ ਆ। ਤੁਸੀਂ ਜਿਹੜਾ ਸਾਨੂੰ ਜਦੋਂ ਫੋਨ ਕਰ ਦੋਗੇ ਅਸੀਂ ਇਹਦੇ ਵਿੱਚ ਜ਼ਰੂਰ ਸਹਿਯੋਗ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਮਿਹਰਬਾਨੀ ਜੀ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਪੈਦਾ ਕਿਤੇ ਹੋਇਆ, ਕਮਾਈ ਕਿਤੇ ਕੀਤੀ, ਮੌਤ ਕਿਤੇ ਹੋਈ, ਸੰਸਕਾਰ ਕਿਤੇ ਹੋਇਆ। ਇਹ ਸੀ ਭਾਈ ਸਤਨਾਮ ਸਿੰਘ ਦਾ ਜੀਵਨ। ਤੇ ਹੁਣ ਉਹਨਾਂ ਦੇ ਪਰਿਵਾਰ ਅੱਗੇ, ਉਹਨਾਂ ਦੀ ਸਿੰਘਣੀ ਬੀਬੀ ਸਰਬਜੀਤ ਕੌਰ ਤੇ ਉਹਨਾਂ ਦੇ ਬੱਚੇ ਨੇ 3, 2 ਬੇਟੀਆਂ ਤੇ 1 ਬੇਟਾ। ਉਹਨਾਂ ਦੇ ਅੱਗੇ ਜ਼ਿੰਦਗੀ ਪਹਾੜ ਜਿੱਡੀ ਖੜੀ ਹੈ। ਕਿਵੇਂ ਪਰਵਰਿਸ਼ ਹੋਣੀ ਆ, ਕਿਵੇਂ ਪੜ੍ਹਾਈ ਲਿਖਾਈ ਹੋਣੀ ਆ, ਕਿਵੇਂ ਜ਼ਿੰਦਗੀ 'ਚ ਸੈਟਲ ਕਰਨਾ, ਇਹ ਇੱਕ ਵੱਡਾ ਮਸਲਾ ਹੈ। ਪਰ ਇਸ ਗੱਲ ਦਾ ਮੈਨੂੰ ਭਰੋਸਾ ਕਿ ਸਤਿਗੁਰੂ ਜਦੋਂ ਕਿਰਪਾ ਕਰਦੇ ਨੇ, ਸੰਗਤ ਦੇ ਮਨ 'ਚ ਵੱਸਦੇ ਨੇ, ਤੇ ਫਿਰ ਮਸਲੇ ਜਿਹੜੇ ਆ ਸਾਲਾਂ ਦੇ ਚੁਟਕੀਆਂ 'ਚ ਹੱਲ ਹੁੰਦੇ ਅਸੀਂ ਵੇਖੇ ਆ। ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਨੇ। ਮੈਂ ਉਮੀਦ ਕਰਦਾ ਕਿ ਸਾਧ ਸੰਗਤ ਜੀ ਤੁਸੀਂ ਇਸ ਪਰਿਵਾਰ ਦਾ ਵੀ ਜ਼ਰੂਰ ਸਾਥ ਦਿਓਗੇ, ਤਾਂ ਕਿ ਇਹ ਪਰਿਵਾਰ ਦੇ ਸਾਹਮਣੇ ਬੜੀ ਵੱਡੀ ਮੁਸ਼ਕਲ ਆ। ਤੇ ਇਸ ਪਰਿਵਾਰ ਬਾਰੇ ਸਾਨੂੰ ਵਿਸ਼ੇਸ਼ ਤੌਰ ਤੇ ਸਾਨੂੰ ਜਾਣਕਾਰੀ ਮਿਲੀ ਸੀ ਤੇ ਅੱਜ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ। ਕਮੈਂਟ ਦੇ ਵਿੱਚ ਦੱਸਿਓ ਇਸ ਤਰ੍ਹਾਂ ਦੇ ਹੋਰ ਕਿੰਨੇ ਕੇਸ ਨੇ ਜਿੱਥੇ ਇਸ ਤਰ੍ਹਾਂ ਦੇ ਕੋਈ ਮੁਸ਼ਕਲਾਂ, ਪ੍ਰੋਬਲਮਾਂ ਆਈਆਂ ਨੇ। ਬੜੀ ਵਾਰੀ ਮੈਨੂੰ ਫੋਨ ਆਉਂਦੇ ਨੇ ਕਿ ਭਾਈ ਸਾਹਿਬ ਤੁਸੀਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਦੇ ਹੋ, ਕਿਸਾਨਾਂ ਦੀ ਗੱਲ ਕਰਦੇ ਹੋ। ਕਈ ਵਾਰੀ ਤਲਾਕਸ਼ੁਦਾ ਬੀਬੀਆਂ ਦੇ ਫੋਨ ਆਉਂਦੇ ਨੇ ਕਿ ਸਾਡੀ ਗੱਲ ਵੀ ਜ਼ਰੂਰ ਕਰਿਆ ਕਰੋ ਕਿ ਅਸੀਂ ਨਾ ਉੱਧਰ ਦੇ ਰਹਿ ਗਈਆਂ, ਨਾ ਘਰ ਦੀਆਂ ਰਹੀਆਂ, ਨਾ ਘਾਟ ਦੀਆਂ ਰਹੀਆਂ, ਨਾ ਪੇਕਿਆਂ ਸਾਂਭਿਆ, ਨਾ ਸਹੁਰਿਆਂ ਨੇ ਰੱਖਿਆ। ਤੇ ਬੜੀਆਂ ਮੁਸ਼ਕਲਾਂ, ਬੜੀਆਂ ਮਤਲਬ ਵੱਡੀਆਂ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਪਰ ਠੀਕ ਹੈ, ਸਾਡੀ ਪ੍ਰਾਇਓਰਿਟੀ ਜਿਹੜੀ ਆ ਇੱਕ ਵਿਸ਼ੇਸ਼ ਹਿਊਮਨ ਰਾਈਟ ਵਾਇਓਲੇਸ਼ਨ ਦੇ ਉੱਤੇ ਅਸੀਂ ਜ਼ਿਆਦਾ ਕੰਮ ਕਰਦੇ ਹਾਂ। ਪਰ ਜਦੋਂ ਕਿਤੇ ਸਤਿਗੁਰੂ ਜੀ ਦਾ ਹੁਕਮ ਹੋ ਜਾਂਦਾ, ਫਿਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਸੰਗਤ ਨਾਲ ਅਸੀਂ ਸਾਂਝੀਆਂ ਕਰਦੇ ਹਾਂ। ਇਹਨਾਂ ਦੇ ਮਸਲੇ ਹੱਲ ਕਰਨ ਵਾਲੇ ਸਤਿਗੁਰੂ ਜੀ ਆਪ ਨੇ, ਸੰਗਤ ਆਪ ਹੈ। ਤੁਸੀਂ ਜ਼ਰੂਰ ਇਸ ਪਰਿਵਾਰ ਦੇ ਉੱਤੇ ਗੌਰ ਕਰਿਓ ਜੀ। ਬਹੁਤ ਮਿਹਰਬਾਨੀ। ਗੱਲਬਾਤ ਕਰਦਿਆਂ ਗਲਤੀ ਗੁਸਤਾਖੀ ਹੋ ਗਈ ਹੋਈ ਤਾਂ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਜਿਸ ਵੀ ਘਰ ਦੇ ਵਿੱਚ ਅਸੀਂ ਉਹਦੇ ਦੁੱਖ ਤਕਲੀਫਾਂ ਆਪ ਸਭ ਸੰਗਤਾਂ ਨਾਲ ਸਾਂਝੇ ਕਰਦੇ ਹਾਂ। ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਜਿਹੜੀ ਸਾਡੀ NRI ਭੈਣ ਭਰਾਵਾਂ ਵੱਲੋਂ ਸੇਵਾ ਸਾਡੇ ਤੱਕ ਪਹੁੰਚਦੀ ਆ, ਉਹਦੇ 'ਚੋਂ 10,000 ਰੁਪਈਆ ਜਿਹੜਾ ਅਸੀਂ ਉਸ ਪਰਿਵਾਰ ਦੇ ਸਪੁਰਦ ਜ਼ਰੂਰ ਕਰਦੇ ਹਾਂ। ਇਸ ਪਰਿਵਾਰ ਦਾ ਫ਼ੋਨ ਨੰਬਰ ਸਾਧ ਸੰਗਤ ਜੀ ਜ਼ਰੂਰ ਨੋਟ ਕਰਿਓ, 98 144 35724, 98 144 35724। ਇਹਨਾਂ ਦਾ ਫ਼ੋਨ ਨੰਬਰ ਜੇ। ਡਾਇਰੈਕਟ ਇਹਨਾਂ ਦੇ ਫ਼ੋਨ ਦੇ ਉੱਤੇ ਕਾਲ ਕਰਕੇ ਤੁਸੀਂ ਤੇ ਜ਼ਰੂਰ ਇਹਨਾਂ ਦੀ ਯਥਾ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰਿਓ। ਔਰ ਮੈਨੂੰ ਹੁਣੇ ਇਹ ਚੈੱਕ ਦਿੰਦਿਆਂ ਹੀ ਇਹ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਦੀ ਜਿਹੜੀ ਵੱਡੀ ਬੇਟੀ ਹੈ ਉਹਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹ ਕੰਠ ਆ। ਔਰ ਬੜੀ ਕਿਰਪਾ ਵਾਲਾ ਉਹ ਸ਼ਖਸ ਹੁੰਦਾ ਜਿਸ ਨੂੰ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਆ ਸਾਰੀ ਕੰਠ ਹੋ ਜਾਏ। ਲਗਭਗ 1 ਘੰਟਾ ਜਿਹੜਾ ਗੁਟਕਾ ਸਾਹਿਬ ਤੋਂ ਪਾਠ ਕਰਦਿਆਂ ਲੱਗ ਜਾਂਦਾ। ਤੇ ਬੇਟੀ ਨਾਲ ਗੱਲ ਕਰਦੇ ਹਾਂ। ਬੇਟਾ ਜੀ, ਕੀ ਨਾਮ ਤੁਹਾਡਾ? ਖੁਸ਼ਪ੍ਰੀਤ ਕੌਰ। ਖੁਸ਼ਪ੍ਰੀਤ, ਸਾਨੂੰ ਪਤਾ ਲੱਗਾ ਕਿ ਆਪ ਜੀ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੁਖਮਨੀ ਸਾਹਿਬ ਦੀ ਬਾਣੀ ਸਾਰੀ ਕੰਠ ਹੈ। ਹਾਂਜੀ। ਕਿੰਨੇ ਚਿਰ 'ਚ ਕਰ ਲੈਂਦੇ ਹੋ ਕੰਠ ਸੁਖਮਨੀ ਸਾਹਿਬ ਦਾ ਪਾਠ? 40 ਮਿੰਟਾਂ 'ਚ। 40 ਮਿੰਟ 'ਚ। ਤੇ ਤਕਰੀਬਨ ਰੋਜ਼ ਕਰਦੇ ਹੋ ਇੱਕ ਪਾਠ? ਹਾਂਜੀ। ਬਹੁਤ ਵਧੀਆ ਗੱਲ, ਸਤਿਗੁਰੂ ਕਿਰਪਾ ਕਰਨਗੇ। ਔਰ ਸਾਰੇ ਬੱਚੇ ਤੁਸੀਂ ਵੇਖ ਰਹੇ ਹੋ ਕਿ ਅੰਮ੍ਰਿਤਧਾਰੀ, ਪੂਰਾ ਅੰਮ੍ਰਿਤਧਾਰੀ ਗੁਰਸਿੱਖ ਇਹ ਪਰਿਵਾਰ ਆ। ਤੇ ਮੁਸੀਬਤ ਬੜੀ ਵੱਡੀ ਦੇ ਵਿੱਚ ਪੈ ਗਿਆ ਕਿ ਜਿਹੜੀ ਇਹਨਾਂ ਦੀ ਮੈਡੀਕਲ ਦਾ ਜਿਹੜਾ ਖਰਚਾ ਹੈ, ਸਤਨਾਮ ਸਿੰਘ ਦਾ IVY ਹਸਪੀਟਲ ਏਅਰਪੋਰਟ ਰੋਡ ਅੰਮ੍ਰਿਤਸਰ ਦੇ ਵਿੱਚ ਐਡਮਿਟ ਸੀ। 7 ਲੱਖ ਰੁਪਏ ਉੱਥੇ ਉਹਨਾਂ ਦੇ ਇਲਾਜ ਤੇ ਲੱਗਾ। ਤੇ 7 ਲੱਖ ਦਾ 7 ਲੱਖ ਹੀ ਕਰਜ਼ਾ ਹੈ। ਤੇ ਸਾਧ ਸੰਗਤ ਜੀ, ਜ਼ਰੂਰ ਤੁਹਾਡੇ ਤੋਂ ਹਮੇਸ਼ਾ ਆਸਾਂ ਉਮੀਦਾਂ ਨੇ ਕਿ ਤੁਸੀਂ ਇਸ ਪਰਿਵਾਰ ਦੇ ਉੱਤੇ ਜੇ ਪਹਾੜ ਜਿੱਡਾ ਕਰਜ਼ਾ ਚੜ੍ਹਿਆ, ਤੁਹਾਡੇ ਲਈ ਇੱਕ ਚੁਟਕੀ ਦਾ ਕੰਮ ਆ। 24 ਘੰਟੇ ਦੇ ਅੰਦਰ ਅੰਦਰ ਹੀ ਉਹ ਸਾਰੇ ਕਰਜ਼ੇ ਦੇ ਉੱਤੇ ਲੀਕ ਫੇਰ ਸਕਦੇ ਹੋ। ਇਹਨਾਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ। ਆਪ ਸਭ ਦੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਕਾਲੋਂ ਸਾਹਿਬ, ਤੁਸੀਂ ਸਾਨੂੰ ਇਸ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਆ, ਕੀ ਕਹਿਣਾ ਚਾਹੋਗੇ? ਇਹ ਪਰਿਵਾਰ ਬੜਾ ਗੁਰਸਿੱਖ ਪਰਿਵਾਰ ਹੈ ਜੀ ਸਾਡੇ ਨਗਰ ਦਾ ਜੀ। ਤੇ ਇਹ ਰੱਬ ਵੱਲੋਂ ਥੋੜ੍ਹੀ ਇਹਨਾਂ 'ਤੇ ਮੁਸੀਬਤ ਬਣ ਗਈ। ਚਲੋ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਮਦਦ ਕੀਤੀ ਹੈ। ਤੇ ਸਾਰੀ ਸਾਧ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ, ਉਹਨਾਂ ਦਾ ਭਵਿੱਖ ਥੋੜ੍ਹਾ ਸੁਰੱਖਿਅਤ ਹੋ ਸਕੇ।
ਬਹੁਤ ਚੰਗੀ ਗੱਲ ਹੈ। ਸਰਬਜੀਤ ਸਿੰਘ ਜੀ, ਸਾਡੀ ਸੰਸਥਾ ਦੇ ਇਸ ਤਰ੍ਹਾਂ ਦੇ ਉਪਰਾਲੇ ਬਾਰੇ ਕੋਈ ਦੋ ਲਫ਼ਜ਼ 'ਚ ਕੀ ਕਹਿਣਾ ਚਾਹੋਗੇ? ਸਰਦਾਰ ਬਲਵੰਦਰ ਸਿੰਘ ਪੱਖੋਕੇ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਸਾਰਿਆਂ ਦੀ ਬੇਨਤੀ ਮੰਨ ਕੇ ਇਸ ਨਗਰ ਦੇ ਵਿੱਚ ਆਏ ਹੋ ਔਰ ਇਸ ਦੁਖੀ ਪਰਿਵਾਰ ਦੀ ਮਦਦ ਵਾਸਤੇ ਤੁਸੀਂ ਸਾਧ ਸੰਗਤ ਨੂੰ ਬੜੇ ਚੰਗੇ ਲਫ਼ਜ਼ਾਂ ਦੇ ਵਿੱਚ ਬੇਨਤੀ ਕੀਤੀ ਹੈ। ਮੈਂ ਤੁਹਾਡਾ ਤੇ ਤੁਹਾਡੇ ਮਾਰਫਤ ਦੇ ਨਾਲ ਸਮੁੱਚੀ ਸਿੱਖ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਉਹਨਾਂ ਲੋੜਵੰਦਾਂ ਦੀ ਬੜੀ ਸਹਾਇਤਾ ਕੀਤੀ ਹੈ, ਹੁਣ ਵੀ ਕਰਦੇ ਨੇ ਔਰ ਉਮੀਦ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਬਖਸ਼ਿਸ਼ਾਂ ਕਰਦੇ ਰਹਿਣਗੇ। ਮੈਨੂੰ ਇਸ ਗੱਲ ਦੀ ਪੂਰਨ ਆਸ ਆ ਔਰ ਤਸੱਲੀ ਵੀ ਹੈ ਕਿ ਸਤਿਗੁਰੂ ਰਾਮਦਾਸ ਜੀ ਦਾ ਦਰ ਐਸਾ ਆ ਕਿ ਜਿੱਥੇ ਦੀਨ ਦੁਖੀਆਂ ਨੂੰ ਆ ਕੇ ਸਕੂਨ ਮਿਲਦਾ ਹੈ, ਉਹਨਾਂ ਦੀਆਂ ਮਾਨਸਿਕ ਤ੍ਰਿਪਤੀ ਹੁੰਦੀ ਹੈ ਔਰ ਸੰਸਾਰਿਕ ਦੁੱਖਾਂ ਦੇ ਵਿੱਚ ਸੰਗਤਾਂ ਹਮੇਸ਼ਾ ਭਾਈਵਾਲ ਬਣਦੀਆਂ ਨੇ ਔਰ ਕੋਈ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਖਾਲੀ ਨਹੀਂ ਜਾਂਦਾ। ਤੁਹਾਡੀ ਸੰਸਥਾ ਬਹੁਤ ਵੱਡਾ ਕੰਮ ਕਰ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਜਦੋਂ ਕੋਈ ਕਿਸੇ ਦੀ ਗੱਲ ਸੁਣਨ ਵਾਸਤੇ ਰਾਜ਼ੀ ਨਹੀਂ, ਅੱਜ ਦੇ ਸਮੇਂ ਵਿੱਚ ਜਦੋਂ ਕੋਈ ਕਿਸੇ ਦੀ ਬਾਂਹ ਫੜਨ ਵਾਸਤੇ ਰਾਜ਼ੀ ਨਹੀਂ, ਤਾਂ ਏਡੇ ਵੱਡੇ ਮੰਚ ਦੇ ਉੱਤੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਨੇ ਉੱਥੇ ਤੁਹਾਡੀ ਸੰਸਥਾ ਨੇ ਸੰਗਤ ਨੂੰ ਆਪਸ ਵਿੱਚ ਜੋੜਿਆ ਹੋਇਆ ਔਰ ਇਸ ਪਾਸੇ ਉਹਨਾਂ ਨੂੰ ਰੁਚਿਤ ਕੀਤਾ, ਇਸ ਪਾਸੇ ਉਹਨਾਂ ਦਾ ਧਿਆਨ ਦਿਵਾਇਆ ਕਿ ਅਸੀਂ ਲੋੜਵੰਦਾਂ ਦੀ ਮਦਦ ਕਰੀਏ। ਸਮਾਂ ਇਸ ਤਰ੍ਹਾਂ ਦਾ ਹੈ ਕਿ ਲੋਕ ਸੰਗਤਾਂ ਮਦਦ ਕਰਨੀ ਚਾਹੁੰਦੀਆਂ ਨੇ ਪਰੰਤੂ ਉਹਨਾਂ ਨੂੰ ਸਹੀ ਨਿਸ਼ਾਨੇ ਦਾ ਪਤਾ ਨਹੀਂ ਲੱਗਦਾ ਕਿ ਅਸੀਂ ਕਿਸ ਦੀ ਮਦਦ ਕਰੀਏ ਔਰ ਕਿਸ ਰੂਪ ਵਿੱਚ ਕਰੀਏ। ਤੁਹਾਡੀ ਸੰਸਥਾ ਨੂੰ ਇਹ ਹਾਸਲ ਹੈ, ਇਹ ਸਿਹਰਾ ਜਾਂਦਾ ਹੈ ਕਿ ਤੁਸੀਂ ਸਾਰਿਆਂ ਨੇ, ਤੁਹਾਡੀ ਸੰਸਥਾ ਨੇ ਸਾਰੇ ਹੀ ਦਾਨੀ ਸੱਜਣ ਔਰ ਸਾਰੇ ਹੀ ਸਹਾਇਤਾ ਕਰਨ ਵਾਲੇ ਸੱਜਣਾਂ ਨੂੰ ਇੱਕ ਨਿਸ਼ਾਨਾ ਦਿੱਤਾ ਹੈ ਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਜਿੰਨੇ ਸੇਵਕ ਨੇ ਜਾਂ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਅਸੀਂ ਮਦਦ ਕਰਨੀ ਆ ਤੇ ਕਿਵੇਂ ਕਰਨੀ ਆ। ਮੈਂ ਇੱਕ ਵਾਰ ਫਿਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ। ਸਮੁੱਚੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਉਹਦਾ ਧੰਨਵਾਦ ਕਰਦਾ ਔਰ ਇੱਕ ਵਾਰ ਫਿਰ ਆਪ ਜੀ ਨੂੰ ਜੀ ਆਇਆਂ ਆਖਦਾ। ਬਹੁਤ ਸ਼ੁਕਰੀਆ ਜੀ। ਇਹ ਸਨ ਸਰਦਾਰ ਸਰਬਜੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਕੀਤੇ ਹੋਏ ਕਾਰਜਾਂ ਦੇ ਬਾਰੇ ਆਪ ਸਭ ਸੰਗਤਾਂ ਨੂੰ ਜਾਣੂ ਕਰਵਾਇਆ। ਸਾਡਾ ਸਭ ਤੋਂ ਵੱਡਾ ਜਿਹੜਾ ਇਹ ਮਾਣ ਹੈ ਸਾਨੂੰ ਕਿ ਪੂਰੀ ਇਮਾਨਦਾਰੀ ਤੇ ਪੂਰੀ ਪਾਰਦਰਸ਼ਤਾ, ਸ਼ਾਇਦ ਇਹੀ ਕਾਰਨ ਹੈ ਕਿ ਸੰਗਤਾਂ ਦਾ ਭਰੋਸਾ ਸਾਡੇ 'ਤੇ ਕਾਇਮ ਆ। ਬੜੀਆਂ ਕਈ ਵਾਰੀ ਗਲਤਫਹਿਮੀਆਂ ਵੀ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕੁਛ ਵਿਰੋਧੀ ਵਿਚਾਰਧਾਰਾਵਾਂ ਦੇ ਲੋਕਾਂ ਵੱਲੋਂ, ਪਰ ਸਤਿਗੁਰੂ ਕਿਰਪਾ ਕਰਨਗੇ, ਸੰਗਤ ਦਾ ਭਰੋਸਾ ਬਣਿਆ ਰਹੇਗਾ ਤੇ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਜਿਹੜੀ ਆ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਔਰ PTN 24 ਚੈਨਲ ਵੱਲੋਂ ਲਗਾਤਾਰ ਜਿਹੜੀ ਹੈ ਇਸੇ ਤਰ੍ਹਾਂ ਹੁੰਦੀ ਰਹੇਗੀ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ। ਆਪ ਸਭ ਸੰਗਤਾਂ ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ ਜੀ, 98 144 35724 ਇਹਨਾਂ ਦਾ ਫ਼ੋਨ ਨੰਬਰ ਹੈ ਜੀ। ਅਸੀਂ ਚਾਹਾਂਗੇ ਕਿ ਸਾਨੂੰ ਬਾਰ-ਬਾਰ ਇਸ ਪਰਿਵਾਰ ਦੇ ਵਿੱਚ ਨਾ ਆਉਣਾ ਪਏ, ਪਰ ਫਿਰ ਵੀ ਜੇ ਆਉਣਾ ਵੀ ਪਏਗਾ ਤੇ ਆਪ ਜੀ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਅਸੀਂ ਆਉਣ ਨੂੰ ਵੀ ਤਿਆਰ ਹਾਂ। ਪਰ ਸਾਡੀ ਕੋਸ਼ਿਸ਼ ਰਹੇਗੀ ਕਿ ਬੱਚਿਆਂ ਦੇ ਉਜਲੇ ਭਵਿੱਖ ਲਈ ਇਸ ਨੰਬਰ 'ਤੇ ਕਾਲ ਕਰਕੇ ਜ਼ਰੂਰ ਤੁਸੀਂ ਇਹਨਾਂ ਦੇ ਸਿਰ 'ਤੇ ਹੱਥ ਰੱਖਿਓ, ਕਿਉਂਕਿ ਹੁਣ ਮਾਂ-ਬਾਪ ਹੀ ਹੈ, ਉਹਨਾਂ ਦਾ ਇੱਕੋ ਇੱਕ ਸਹਾਰਾ ਤੇ ਉਹ ਵੀ ਲਿਮਟਿਡ ਰਿਸੋਰਸਿਸ ਦੇ ਨਾਲ ਆਪਣੀ ਜ਼ਿੰਦਗੀ ਜੀ ਰਹੇ ਨੇ। ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।